ਕੀ ਇਹ ਸਾਰੇ ਮਾਮਲੇ ਜ਼ੀਰਾ ਫੈਕਟਰੀ ਮਾਮਲੇ 'ਚ ਮੁੱਖ ਮੰਤਰੀ ਦੀ ਪੋਜੀਸ਼ਨ ਨੂੰ ਫਿਰ ਤੋਂ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਮੰਤਰੀ ਨੇ ਸਿਰਫ ਜਵਾਨੀ ਕਲਾਮੀ ਗੱਲਬਾਤ ਕਰਤੀ, फेसबुक उत्ते या सोशल मीडिया ते लाइव होकर कहता, लेकिन नोटिफिकेशन जारी नहीं हुई। कागजी जिहड़ी कार्रवाई है, पक्का जिहड़ा काम करना हुंदा वो सरकार ने नहीं किया। सो सरकार की नीयत ते मंशा उत्ते एक सवाल पहले ही खड़ा सी कि अंदर खाते की कोई अजिही अंडरस्टैंडिंग तो नहीं हुई है जिसके चलते सरकार जान बुझ के इस तरीके के कच्चे पैरी अदालत के आके खड़ी होगी। बाद में हुण फैसला भी लै लिया। प्रदर्शनकारियों ने इस धरने नूं चुक्या नहीं सी। प्रदर्शनकारियों नूं शुरू तो ही इस उत्ते एक बड़ा वड्डा संसा सी। यही कारण सी कि उन्होंने बाकायदा मांग की कि पक्के तौर पर तुसीं फैक्ट्री नूं बंद करो, नोटिफिकेशन कढो। सरकार का जिहड़ा एक पक्का काम हुंदा है या तां ओह होवे। ਜ਼ੀਰਾ ਫੈਕਟਰੀ ਮਾਮਲੇ 'ਚ ਕੋਰਟ 'ਚ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਫੈਕਟਰੀ ਨੂੰ ਬੰਦ ਕਰਨ ਦੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਕੋਰਟ ਨੇ ਪੰਜਾਬ ਸਰਕਾਰ ਨੂੰ ਖਿੱਚਦੇ ਹੋਏ ਕਿਹਾ ਹੈ ਵੀ ਤੁਸੀਂ ਫੈਕਟਰੀ ਦਾ ਪੱਖ ਕਿਉਂ ਨਹੀਂ ਲਿਆ ਜਾਂ ਫੈਕਟਰੀ ਦੇ ਮਾਲਕਾਂ ਦੀ ਸੁਣਵਾਈ ਕਿਉਂ ਨਹੀਂ ਕੀਤੀ ਤੇ ਸਿੱਧਾ ਫੈਸਲਾ ਕਿਵੇਂ ਸੁਣਾ ਦਿੱਤਾ। ਕੀ ਹੁਣ ਫੈਕਟਰੀ ਫਿਰ ਤੋਂ ਖੁੱਲੇਗੀ? ਕੀ ਹੁਣ ਫਿਰ ਤੋਂ ਧਰਨਾ ਲੱਗੇਗਾ? ਇਸ ਮੁੱਦੇ ਉੱਤੇ ਕਰਾਂਗੇ ਅਸੀਂ ਗੱਲਬਾਤ। ਮੈਂ ਹਾਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਮੇਰੇ ਸਹਿਯੋਗੀ ਰਿਤੇਸ਼ ਲੱਕੀ ਜੀ। ਰਿਤੇਸ਼ ਜੀ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਸ਼ੁਭਕਰਮਨ ਜੀ। ਰਿਤੇਸ਼ ਜੀ 177 ਦਿਨਾਂ ਦੇ ਧਰਨੇ ਤੋਂ ਬਾਅਦ ਮੁੱਖ ਮੰਤਰੀ ਲਾਈਵ ਹੋ ਕੇ ਕਿਸਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਦੱਸਦੇ ਨੇ ਵੀ ਫੈਕਟਰੀ ਨਹੀਂ ਚੱਲੇਗੀ, ਬੰਦ ਹੋ ਜਾਵੇਗੀ। ਪਰ ਕੋਰਟ 'ਚ ਜਾ ਕੇ ਪੰਜਾਬ ਸਰਕਾਰ ਜੋ ਆਪਣਾ ਫੈਸਲਾ ਸੁਣਾਉਂਦੀ ਹੈ ਉਹਨੂੰ ਵਾਪਸ ਲੈ ਲੈਂਦੀ ਹੈ। ਕੀ ਇਹ ਸਾਰੇ ਮਾਮਲੇ ਜ਼ੀਰਾ ਫੈਕਟਰੀ ਮਾਮਲੇ 'ਚ ਮੁੱਖ ਮੰਤਰੀ ਦੀ ਪੋਜੀਸ਼ਨ ਨੂੰ ਫਿਰ ਤੋਂ ਸਵਾਲਾਂ ਦੇ ਘੇਰੇ 'ਚ ਆ ਗਈ ਹੈ? ਸਵਾਲਾਂ ਦੇ ਘੇਰੇ 'ਚ ਤਾਂ ਆਈ ਹੈ, ਲੇਕਿਨ ਇਹ ਦੱਸਦੀ ਕਿ ਜਿਹੜਾ ਸਰਕਾਰ ਦਾ ਸਬਮਿਸ਼ਨ ਹੈ ਹਾਈ ਕੋਰਟ ਦੇ ਵਿੱਚ, ਜਦੋਂ ਇੱਕ ਇਸ ਕੇਸ ਦੇ ਇਸ ਮਾਮਲੇ ਦੇ ਵਿੱਚ ਜਿਹੜੀ ਕੰਪਨੀ ਹੈ ਮਾਲਬਰੋਜ਼, ਉਹ ਹਾਈ ਕੋਰਟ ਦਾ ਰੁਖ ਕਰਦੀ ਹੈ। ਹਾਲਾਂਕਿ ਉਹ ਪਹਿਲਾਂ ਵੀ ਇਸ ਮਾਮਲੇ ਵਿੱਚ ਜਾ ਕੇ ਹਾਈ ਕੋਰਟ ਖੜੀ ਹੋ ਗਈ ਸੀ, ਜਿਸ ਬੇਸ ਉੱਤੇ ਜੁਰਮਾਨੇ ਜਿਹੜੇ ਸੀ ਉਹ ਵੀ ਸਰਕਾਰ ਨੂੰ ਲਾਏ ਸੀ ਹਾਈ ਕੋਰਟ ਨੇ। ਲੇਕਿਨ ਮਾਲਬਰੋਜ਼ ਕੰਪਨੀਜ਼ ਵੱਲੋਂ ਜਦੋਂ ਮੁੱਖ ਮੰਤਰੀ ਜਾਂ ਸਰਕਾਰ ਵੱਲੋਂ ਫੈਸਲਾ ਲੈ ਲਿਆ ਗਿਆ ਕਿ ਫੈਕਟਰੀ ਬੰਦ ਹੋਏਗੀ, ਉਸ ਤੋਂ ਬਾਅਦ ਕੋਰਟ ਦਾ ਰੁਖ ਕੀਤਾ ਗਿਆ ਸੀ। ਇਹ ਚੱਲਦੀ ਹੋਈ ਇੱਕ ਲਿਟੀਗੇਸ਼ਨ ਹੈ, ਪ੍ਰੋਸੀਡਿੰਗ ਹੈ, ਜਿਸ ਦੇ ਵਿੱਚ ਹੁਣ ਹਾਈ ਕੋਰਟ ਦਾ ਇਹ ਡਿਸੀਜਨ ਆਇਆ ਹੈ ਜਾਂ ਹਾਈ ਕੋਰਟ ਨੇ ਸਰਕਾਰ ਨੂੰ ਇਹ ਕਿਹਾ ਕਿ ਤੁਸੀਂ ਇੱਕ ਤਰਫਾ ਫੈਸਲਾ ਸੁਣਾਇਆ ਹੈ, ਤੁਸੀਂ ਇਸ ਕੇਸ ਜਾਂ ਇਸ ਮਾਮਲੇ ਦੇ ਵਿੱਚ ਆਪਣਾ ਫਾਈਨਲ ਮੁਕੰਮਲ ਫੈਸਲਾ ਸੁਣਾਉਣ ਤੋਂ ਪਹਿਲਾਂ ਇੱਕ ਵਾਰ ਇਸ ਜਿਹੜੀ ਦੂਸਰੀ ਧਿਰ ਹੈ, ਫੈਕਟਰੀ ਦੇ ਜਿਹੜੇ ਮਾਲਕ ਹੈਗੇ ਨੇ, ਉਹਨਾਂ ਦਾ ਵੀ ਜਿਹੜਾ ਵਿਚਾਰ ਜ਼ਰੂਰ ਸੁਣੋ, ਉਹਨਾਂ ਦੀ ਗੱਲ ਨੂੰ ਜ਼ਰੂਰ ਸੁਣੋ, ਉਸ ਤੋਂ ਬਾਅਦ ਇਹ ਫੈਸਲਾ ਤੁਸੀਂ ਲੈ ਸਕਦੇ ਹੋ। ਸੋ ਇਹ ਫੈਸਲਾ ਕੋਈ ਪੱਕਾ ਫੈਸਲਾ ਨਹੀਂ ਹੈ ਕਿ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ। ਜਿਹੜਾ ਐਲਾਨ ਮੁੱਖ ਮੰਤਰੀ ਨੇ ਖੁਦ ਲਾਈਵ ਹੋ ਕੇ ਆਪਣੇ ਸੋਸ਼ਲ ਮੀਡੀਆ ਉੱਤੇ ਕੀਤਾ ਸੀ, ਆਰਜ਼ੀ ਇੱਕ ਅਰੇਂਜਮੈਂਟ ਹੈ। ਇਹ ਵੀ ਕਲੀਅਰ ਕੀਤਾ ਗਿਆ ਸਰਕਾਰ ਵੱਲੋਂ, ਜੋ ਸਾਨੂੰ ਜਾਣਕਾਰੀ ਮਿਲਦੀ ਪਈ ਹੈ। ਹਾਲਾਂਕਿ ਇਸ ਪੂਰੇ ਦੇ ਪੂਰੇ ਡਿਟੇਲ ਆਰਡਰ ਬਾਰੇ ਹੈ ਜਿਸ ਵਕਤ ਤੱਕ ਸਾਡੇ ਕੋਲ ਨਹੀਂ ਹੈ, ਲੇਕਿਨ ਇਸ ਹਾਈ ਕੋਰਟ ਦੀ ਪ੍ਰੋਸੀਡਿੰਗ ਦੌਰਾਨ ਸਰਕਾਰ ਨੇ ਇੰਨਾ ਵੀ ਕਲੀਅਰ ਕੀਤਾ ਹੈ ਕਿ ਜਿਹੜੀ ਫੈਕਟਰੀ ਹੈ ਦੁਬਾਰਾ ਆਪਰੇਸ਼ਨ ਸ਼ੁਰੂ ਨਹੀਂ ਕਰ ਪਾਏਗੀ। ਇਹ ਫੈਸਲਾ ਉਹਨਾਂ ਨੇ ਆਰਜ਼ੀ ਤੌਰ ਉੱਤੇ ਹੀ ਲਿਆ ਹੈ। ਸਿਰਫ ਇਸ ਜਿਹੜੀ ਇੱਕ ਲੀਗਲ ਅੜਚਨ ਹੁੰਦੀ ਹੈ ਜਿਸ ਤਹਿਤ ਕਿ ਅਦਾਲਤ ਇਨ ਦ ਇੰਟਰਸਟ ਆਫ ਜਸਟਿਸ, ਜਿਸ ਨੂੰ ਕਿਹਾ ਜਾਂਦਾ ਨਾ ਕਿ ਅਦਾਲਤ ਦੇ ਕਹੇ ਮੁਤਾਬਕ ਦੂਸਰੀ ਧਿਰ ਦਾ ਵੀ ਵਿਊ ਲੈਣਾ ਹੈ। ਸੋ ਦੂਸਰੀ ਧਿਰ ਵੱਲੋਂ ਆਪਣਾ ਪੱਖ ਜਿਹੜਾ ਵੀ ਰਿਪਰੈਜ਼ੈਂਟੇਸ਼ਨ ਹੋਏਗੀ ਕਿ ਜੋ ਵੀ ਉਹਨਾਂ ਦੇ ਫੈਕਟਸ ਹੋਣਗੇ ਉਹ ਸਰਕਾਰ ਨੂੰ ਭੇਜੇ ਜਾਣਗੇ। ਉਸ ਤੋਂ ਬਾਅਦ ਜਦੋਂ ਸਰਕਾਰ ਸਾਰੇ ਮਾਮਲੇ ਨੂੰ ਵਿਚਾਰ ਕਰਨ ਤੋਂ ਬਾਅਦ ਇੱਕ ਫੈਸਲਾ ਲਏਗੀ, ਉਸ ਨੂੰ ਆਪਣੇ ਆਰਡਰ ਨਿਰਦੇਸ਼ ਦੀ ਸ਼ਕਲ ਦੇ ਵਿੱਚ, ਕਿਉਂਕਿ ਆਪਾਂ ਨੂੰ ਯਾਦ ਹੈ ਕਿ ਵਿਵਾਦ ਖੜਾ ਹੋਇਆ ਸੀ। ਵਿਰੋਧੀ ਧਿਰ ਇਸ ਵਕਤ ਵੀ ਸਵਾਲ ਚੁੱਕ ਰਹੀ ਹੈ, ਪਹਿਲਾਂ ਵੀ ਉਹਨਾਂ ਨੇ ਸਵਾਲ ਚੁੱਕੇ ਕਿ ਮੁੱਖ ਮੰਤਰੀ ਨੇ ਸਿਰਫ ਜਵਾਨੀ ਕਲਾਮੀ ਗੱਲਬਾਤ ਕਰਤੀ, ਫੇਸਬੁੱਕ ਉੱਤੇ ਜਾਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਹਿਤਾ, ਲੇਕਿਨ ਨੋਟੀਫਿਕੇਸ਼ਨ ਜਾਰੀ ਨਹੀਂ ਹੋਈ। ਕਾਗਜ਼ੀ ਜਿਹੜੀ ਕਾਰਵਾਈ ਹੈ, ਪੱਕਾ ਜਿਹੜਾ ਕੰਮ ਕਰਨਾ ਹੁੰਦਾ ਉਹ ਸਰਕਾਰ ਨੇ ਨਹੀਂ ਕੀਤਾ। ਸੋ ਸਰਕਾਰ ਦੀ ਨੀਅਤ ਤੇ ਮੰਸ਼ਾ ਉੱਤੇ ਇੱਕ ਸਵਾਲ ਪਹਿਲਾਂ ਹੀ ਖੜਾ ਸੀ। ਲੇਕਿਨ ਹੁਣ ਹਾਈ ਕੋਰਟ ਦੇ ਵਿੱਚ ਸਰਕਾਰ ਬੇਸ਼ੱਕ ਕਹਿ ਰਹੀ ਹੈ ਕਿ ਅਸੀਂ ਫੈਕਟਰੀ ਨੂੰ ਦੁਬਾਰਾ ਚੱਲਣ ਨਹੀਂ ਦੇਣਾ, ਲੇਕਿਨ ਕਿਸ ਹੱਦ ਤੱਕ ਉਹ ਗੱਲਬਾਤ ਸਹੀ ਹੈ? ਫਾਈਨਲੀ ਤਾਂ ਇਸ ਕੇਸ ਦੇ ਵਿੱਚ ਹੁਣ ਅਦਾਲਤ ਨੇ ਵੀ ਫੈਸਲਾ ਸੁਣਾਉਣਾ ਹੀ ਹੈ ਨਾ, ਇਕੱਲੇ ਸਰਕਾਰ ਉੱਤੇ ਤਾਂ ਨਿਰਭਰ ਕਰਦਾ ਨਹੀਂ ਹੈ। ਅਤੇ ਜੇ ਸਰਕਾਰ ਵੀ ਪੱਕੇ ਪੈਰੀ ਨਹੀਂ ਚੱਲ ਰਹੀ, ਉਸਨੇ ਵੀ ਆਪਣਾ ਜਿਹੜੇ ਕਾਗਜ਼ਾਂ ਦਾ ਪੇਟ ਭਰਨਾ ਹੁੰਦਾ ਹੈ, ਜਿਹਨੂੰ ਕਹਿੰਦੇ ਕਿ ਫਾਈਲਾਂ ਦਾ ਜਿਹੜਾ ਤੁਸੀਂ ਆਪਣਾ ਜੋ ਵੀ ਕੰਮ ਕਰਨਾ ਹੈ, ਪੂਰੀ ਦੀ ਪੂਰੀ ਪ੍ਰਕਿਰਿਆ ਨੂੰ ਪੂਰਾ ਕਰੋ। ਕਿਸੇ ਵੀ ਫੈਸਲੇ ਨੂੰ, ਕਿਸੇ ਵੀ ਡਿਸੀਜਨ ਨੂੰ ਲੈਣ ਤੋਂ ਪਹਿਲਾਂ, ਕਿਉਂਕਿ ਅਦਾਲਤਾਂ ਦੇ ਵਿੱਚ ਸਾਰੀ ਚੀਜ਼ਾਂ ਪਰਖੀਆਂ ਜਾਣੀਆਂ ਨੇ। ਇਸ ਮਾਮਲੇ 'ਚ ਤਾਂ ਪਹਿਲੇ ਅਦਾਲਤ ਦੇ ਵਿੱਚ ਇੱਕ ਮਜ਼ਬੂਤੀ ਦੇ ਨਾਲ ਉਹ ਜਿਹੜੀ ਧਿਰ ਫੈਕਟਰੀ ਮਾਲਕ ਹੈਗੇ ਨੇ ਉਹ ਖੜੇ ਨੇ, ਪਹਿਲਾਂ ਫੈਸਲੇ ਉਹਨਾਂ ਦੇ ਹੱਕ ਵਿੱਚ ਆਏ ਨੇ। ਸੋ ਪੰਜਾਬ ਸਰਕਾਰ ਨੂੰ ਇੱਕ ਪੁਖਤਾ ਆਧਾਰ ਬਣਾ ਕੇ ਹੀ ਇਸ ਫੈਕਟਰੀ ਨੂੰ ਬੰਦ ਕਰਨ ਦਾ ਫੈਸਲਾ ਲੈਣਾ ਚਾਹੀਦਾ ਸੀ। ਉਹ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਪਾਇਆ, ਉਸ ਉੱਤੇ ਕਿੰਤੂ ਪਰੰਤੂ ਹੋਏ। ਹੁਣ ਜੇ ਸਰਕਾਰ ਨੂੰ ਇੱਕ ਪਿੱਛੇ ਕਦਮ ਲੈਣਾ ਪੈ ਰਿਹਾ ਤਾਂ ਜਿਹੜੀ ਨੁਕਤਾਚੀਨੀ ਹੋ ਰਹੀ ਹੈ ਉਹ ਸੁਭਾਵਿਕ ਵੀ ਹੈ ਅਤੇ ਕਾਫੀ ਹੱਦ ਤੱਕ ਉਹ ਵਾਜਬ ਇਸ ਵਾਸਤੇ ਹੈ ਕਿਉਂਕਿ ਇਹ ਚੀਜ਼ਾਂ ਸਰਕਾਰ ਨੂੰ ਪਹਿਲਾਂ ਦੱਸੀਆਂ ਜਾ ਰਹੀਆਂ ਸੀ, ਲੇਕਿਨ ਇਸ ਬਾਰੇ ਕੋਈ ਵੀ ਪੱਕਾ ਫੈਸਲਾ ਨਹੀਂ ਲਿਆ ਗਿਆ। ਇਸ ਦਾ ਮਤਲਬ ਦੂਸਰਾ ਇਹ ਵੀ ਲਗਾਇਆ ਜਾ ਸਕਦਾ ਹੈ ਕਿ ਅੰਦਰ ਖਾਤੇ ਕੀ ਕੋਈ ਅਜਿਹੀ ਅੰਡਰਸਟੈਂਡਿੰਗ ਤਾਂ ਨਹੀਂ ਹੋਈ ਹੈ ਜਿਸ ਦੇ ਚੱਲਦੇ ਸਰਕਾਰ ਜਾਣ ਬੁੱਝ ਕੇ ਇਸ ਤਰੀਕੇ ਦੇ ਕੱਚੇ ਪੈਰੀ ਅਦਾਲਤ ਦੇ ਵਿੱਚ ਆ ਕੇ ਖੜੀ ਹੋਗੀ। ਬਾਅਦ ਦੇ ਵਿੱਚ ਹੁਣ ਫੈਸਲਾ ਵੀ ਲੈ ਲਿਆ।
ਕਾਨੂੰਨੀ ਜਿਹੜੀਆਂ ਦਿੱਕਤਾਂ ਸੀ ਇਸ ਪਾਰਟ ਜਿਹੜੀ ਫੈਕਟਰੀ ਦੇ ਮਾਲਕਾਂ ਲਈ ਕੁਛ ਹੱਦ ਤੱਕ ਦੂਰ ਜ਼ਰੂਰ ਹੋਈਆਂ ਨੇ, ਲੇਕਿਨ ਆਪਾਂ ਨੂੰ ਸਰਕਾਰ ਦੀ ਜੇ ਗੱਲ ਤੇ ਭਰੋਸਾ ਹੋਵੇ ਤਾਂ ਆਪਾਂ ਮੰਨ ਕੇ ਚੱਲੀਏ ਕਿ ਫੈਕਟਰੀ ਦੇ ਆਪਰੇਸ਼ਨ ਸ਼ੁਰੂ ਨਹੀਂ ਹੋਣਗੇ ਤੇ ਇਹ ਫੈਸਲਾ ਦੁਬਾਰਾ ਅਦਾਲਤ ਦੇ ਵਿੱਚ ਉਵੇਂ ਹੀ ਸਰਕਾਰ ਆਪਣੀ ਸਬਮਿਸ਼ਨ ਦੇਗੀ। ਸਿਰਫ ਇੱਕ ਜਿਹੜੀ ਫਾਰਮੈਲਿਟੀ ਹੈ ਉਹ ਕਰਨੀ ਹੈ ਕਿ ਮਾਲਬਰੋਜ਼ ਫੈਕਟਰੀ ਦੇ ਮਾਲਕਾਂ ਦਾ ਜਾਂ ਉਸ ਫੈਕਟਰੀ ਦੀ ਜਿਹੜੀ ਮੈਨੇਜਮੈਂਟ ਦਾ ਪੱਖ ਰਿਕਾਰਡ ਤੇ ਲਿਆਓ ਤੇ ਉਸ ਤੋਂ ਬਾਅਦ ਆਪਣਾ ਉਹ ਜਿਹੜਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਣਾਇਆ ਸੀ ਉਸ ਨੂੰ ਪੱਕੇ ਤੌਰ ਤੇ ਅਦਾਲਤ ਦੇ ਵਿੱਚ ਰੱਖੋ। ਜੀ ਤਾਂ ਰਿਤੇਸ਼ ਜੀ, ਇਸ ਤੋਂ ਜੇ ਸੁਣਵਾਈ ਹੁੰਦੀ ਹੈ, ਜੇ ਕੰਪਨੀ ਆਪਣਾ ਪੱਖ, ਕਿਉਂਕਿ ਕੋਰਟ 'ਚ ਆਲਰੇਡੀ ਜਿਵੇਂ ਤੁਸੀਂ ਦੱਸਿਆ ਵੀ ਜਿੱਤ ਚੁੱਕੀ ਹੈ, ਮਜ਼ਬੂਤ ਪੱਖ ਆ ਉਹਨਾਂ ਦਾ, ਜੇ ਉਹ ਸਰਕਾਰ ਦੇ ਅੱਗੇ ਉਹ ਸਾਰੇ ਤੱਥ ਰੱਖਦੀ ਹੈ ਤੇ ਫਿਰ ਤੋਂ ਕੋਰਟ ਦਾ ਰੁਖ ਕਰ ਸਕਦੇ ਨੇ ਆਪਣਾ ਪੱਖ ਸੁਣਾਉਣ ਤੋਂ ਬਾਅਦ। ਜੇ ਉਹਨਾਂ ਦੇ ਹੱਕ 'ਚ ਸਰਕਾਰ ਵੱਲੋਂ ਫੈਸਲਾ ਨਹੀਂ ਜਾਂਦਾ ਕਿ ਉਹ ਹਾਇਰ ਕੋਰਟ 'ਚ ਵੀ ਜਾ ਸਕਦੇ ਨੇ, ਸੁਪਰੀਮ ਕੋਰਟ 'ਚ ਵੀ। ਜਿਹੜੀ ਧਿਰ ਹੈ ਉਹ ਸ਼ੁਰੂ ਤੋਂ ਮੇਨਟੇਨ ਕਰਦੀ ਪਈ ਹੈ ਕਿ ਉਹਨਾਂ ਦਾ ਕੋਈ ਕਸੂਰ ਨਹੀਂ, ਉਹਨਾਂ ਨੇ ਪ੍ਰਦੂਸ਼ਣ ਨਹੀਂ ਕੀਤਾ। ਸਰਕਾਰ ਨੇ ਜਾਂ ਸਰਕਾਰ ਦੇ ਅਦਾਰਿਆਂ ਵੱਲੋਂ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਜਿੰਨੇ ਵੀ ਅਜੇ ਤੱਕ ਐਗਜ਼ਾਮੀਨੇਸ਼ਨ ਸਟੱਡੀਜ਼ ਜਾਂ ਟੈਸਟ ਕਰਾਏ ਗਏ, ਉਹਨਾਂ ਟੈਸਟਾਂ ਦੇ ਵਿੱਚ ਵੀ ਫੈਕਟਰੀ ਦੇ ਵਿੱਚ ਉਹ ਚੀਜ਼ਾਂ ਨਹੀਂ ਮਿਲੀਆਂ ਜਿਸ ਤਰੀਕੇ ਦੇ ਇਲਜ਼ਾਮ ਪ੍ਰਦਰਸ਼ਨਕਾਰੀਆਂ ਵੱਲੋਂ ਲੱਗਦੇ ਆ ਰਹੇ ਸੀ। ਸੋ ਇੱਕ ਸਿਆਸੀ ਦਬਾਅ ਸੀ ਸਰਕਾਰ ਦੇ ਸਾਹਮਣੇ, ਉਹ ਸਿਆਸੀ ਦਬਾਅ ਦੇ ਸਾਹਮਣੇ ਸਰਕਾਰ ਨੂੰ ਝੁਕਣਾ ਪਿਆ। ਸਰਕਾਰ ਨੇ, ਜਾਂ ਮੈਂ ਕਹਾਂਗਾ ਕਿ ਮੁੱਖ ਮੰਤਰੀ ਨੇ ਫੈਸਲਾ ਲਿਆ, ਲੇਕਿਨ ਮੁੱਖ ਮੰਤਰੀ ਦਾ ਫੈਸਲਾ ਇੱਕ ਪੱਕਾ ਫੈਸਲਾ ਹੋਣਾ ਚਾਹੀਦਾ ਹੈ, ਇੱਕ ਜਿਹਨੂੰ ਕਹਿੰਦਾ ਕਿ ਪੱਥਰ ਤੇ ਲਕੀਰ ਹੋਣਾ ਚਾਹੀਦਾ ਹੈ। ਉਸ ਨੂੰ ਤੁਸੀਂ ਇੱਕ ਨੋਟੀਫਿਕੇਸ਼ਨ ਦੀ ਸ਼ਕਲ ਦੇ ਵਿੱਚ ਇੱਕ ਪ੍ਰੋਪਰ ਬੇਸ ਬਣਾ ਕੇ ਜ਼ਰੂਰ ਲਓ। ਸੋ ਮੈਨੂੰ ਨਹੀਂ ਲੱਗਦਾ ਉਹ ਬੇਸ ਤਿਆਰ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਅਦਾਲਤ ਦੇ ਵਿੱਚ ਤੁਸੀਂ ਕੱਚੇ ਪੈਰੀ ਖੜੇ ਹੋ ਜਾਂਦੀ ਹੈ ਸਰਕਾਰ, ਤੇ ਕੱਲ੍ਹ ਨੂੰ ਅਦਾਲਤ ਦਾ ਫੈਸਲਾ ਫਿਰ ਫੈਕਟਰੀ ਮਾਲਕਾਂ ਦੇ ਹੱਕ ਵਿੱਚ ਆ ਜਾਂਦਾ ਹੈ। ਉਸ ਸਥਿਤੀ ਦੇ ਵਿੱਚ ਬਹੁਤ ਸੌਖਾ ਹੁੰਦਾ। ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪੰਜਾਬ ਦੇ ਵਿੱਚ ਜਾਂ ਕਈ ਹੋਰ ਰਾਜਾਂ ਦੇ ਵਿੱਚ ਵੀ ਇੱਕ ਆਮ ਜੀ ਪ੍ਰਕਿਰਿਆ ਹੁੰਦੀ ਹੈ ਕਿ ਸਰਕਾਰਾਂ ਕਈ ਵਾਰ ਖੁਦ ਹੀ ਲਿਟੀਗੇਸ਼ਨ ਦੇ ਵਿੱਚ ਪਟੀਸ਼ਨਰਸ ਨੂੰ ਭੇਜ ਦਿੰਦੀਆਂ ਨੇ, ਉੱਥੇ ਜਾਣਬੁੱਝ ਕੇ ਅਦਾਲਤਾਂ ਦੇ ਵਿੱਚ ਪਟੀਸ਼ਨ ਸ਼ੁਰੂ ਕਰਵਾਤੀਆਂ ਜਾਂਦੀਆਂ ਨੇ। ਬਾਅਦ ਦੇ ਵਿੱਚ ਉੱਥੇ ਜਿਹੜਾ ਸਟੈਂਡ ਹੁੰਦਾ ਹੈ ਉੱਥੇ ਇੱਕ ਲੂਜ਼ ਸਟੈਂਡ ਲੈ ਲਿਆ ਜਾਂਦਾ ਹੈ, ਜਿਸ ਤੋਂ ਬਾਅਦ ਜਦੋਂ ਅਦਾਲਤਾਂ ਦੇ ਫੈਸਲੇ ਫਿਰ ਉਹਨਾਂ ਧਿਰਾਂ ਦੇ ਹੱਕ ਵਿੱਚ ਭੁਗਤਦੇ ਨੇ, ਪ੍ਰਦਰਸ਼ਨਕਾਰੀ ਪ੍ਰਭਾਵਿਤ ਹੁੰਦੇ ਨੇ। ਇਸ ਕੇਸ ਦੇ ਵਿੱਚ ਵੀ ਜਿਹੜੀ ਫੈਕਟਰੀ ਦੇ ਓਨਰਸ ਹੈਗੇ ਨੇ ਜਾਂ ਫੈਕਟਰੀ ਦੀ ਮੈਨੇਜਮੈਂਟ ਹੈ, ਉਸ ਦਾ ਪੱਖ ਅਜੇ ਤੱਕ ਅਦਾਲਤਾਂ ਦੇ ਵਿੱਚ ਭਾਰੀ ਪਿਆ ਹੈ। ਜੇ ਸਰਕਾਰ ਨੇ ਕੋਈ ਐਗਜ਼ੀਕਿਊਟਿਵ ਆਰਡਰ ਲਿਆ ਹੈ ਤਾਂ ਉਸ ਨੂੰ ਵੈਲੀਡੇਟ ਕਰਨਾ ਅਦਾਲਤ ਦੇ ਵਿੱਚ ਬੜਾ ਜ਼ਰੂਰੀ ਹੈ, ਨਹੀਂ ਤਾਂ ਹਾਈ ਕੋਰਟ ਤੋਂ ਕਿ ਸੁਪਰੀਮ ਕੋਰਟ ਹਰ ਲੈਵਲ ਦੇ ਉੱਤੇ ਇਸ ਫੈਕਟਰੀ ਦੇ ਮਾਲਕ, ਇਸ ਫੈਕਟਰੀ ਦੀ ਮੈਨੇਜਮੈਂਟ ਜਾਏਗੀ, ਕਿਉਂਕਿ ਇਹਨਾਂ ਦੀ ਸਿਗਨੀਫੀਕੈਂਟ ਸਟੇਕਸ ਨੇ, ਇਨਵੈਸਟਮੈਂਟਾਂ ਹੋਈਆਂ ਨੇ। ਸੋ ਇਹ ਪਿੱਛੇ ਹਟਣ ਵਾਲੇ ਉਸ ਤਰੀਕੇ ਦੇ ਨਾਲ ਲੱਗਦੇ ਨਹੀਂ ਹੈ। ਲੇਕਿਨ ਜੇ ਸਰਕਾਰ ਨੇ ਪੱਕੇ ਪੈਰੀ ਇਹ ਕੰਮ ਕੀਤਾ ਹੁੰਦਾ ਜਾਂ ਕੀਤਾ ਹੈ, ਜੇ ਉਹਨਾਂ ਗਰਾਊਂਡ ਰਿਪੋਰਟਸ ਨੂੰ ਜਿਨ੍ਹਾਂ ਦੇ ਵਿੱਚ ਪ੍ਰਦੂਸ਼ਣ ਸਥਾਪਿਤ ਹੋ ਪਾਏ, ਜਾਂ ਫਿਰ ਕੋਈ ਅਜਿਹਾ ਆਰਡਰ ਜਿਸ ਦੇ ਜ਼ਰੀਏ ਸਰਕਾਰ ਇਹ ਕਹੇ ਕਿ ਇਸ ਫੈਕਟਰੀ ਦਾ ਲੱਗਣਾ ਇਸ ਇਲਾਕੇ ਦੇ ਵਾਤਾਵਰਣ ਲਈ ਠੀਕ ਨਹੀਂ ਹੈ, ਜੇ ਇਸ ਦਾ ਇੱਕ ਮਜ਼ਬੂਤ ਆਧਾਰ ਸਰਕਾਰ ਵੱਲੋਂ ਤਿਆਰ ਕਰਕੇ ਇਸ ਕੇਸ ਦੇ ਵਿੱਚ ਕੋਈ ਫੈਸਲਾ ਲਿਆ ਗਿਆ ਹੁੰਦਾ ਜਾਂ ਹੈ, ਉਸ ਸਥਿਤੀ ਦੇ ਵਿੱਚ ਫਿਰ ਆਪਾਂ ਮੰਨ ਸਕਦੇ ਕਿ ਸਰਕਾਰ ਦੇ ਮੁੱਖ ਮੰਤਰੀ ਦੇ ਫੈਸਲਿਆਂ ਦੇ ਉੱਤੇ ਫੁੱਲ ਚੜ੍ਹ ਜਾਣਗੇ ਜਾਂ ਉਹਨਾਂ ਦੇ ਫੈਸਲਿਆਂ ਨੂੰ ਆਪਾਂ ਪੱਕਾ ਸਾਬਤ ਹੁੰਦਾ ਹੋਇਆ ਦੇਖਾਂਗੇ। ਅਦਰਵਾਈਜ਼ ਇਹਦੇ ਵਿੱਚ ਹਮੇਸ਼ਾ ਕੈਚ ਰਹੇਗੀ। ਜਦੋਂ ਪਹਿਲਾਂ ਵੀ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ, ਆਪਣੀ ਗੱਲਾਂ ਬਾਤਾਂ ਉਸ ਵਕਤ ਵੀ ਹੋਈਆਂ ਸੀ, ਆਪਾਂ ਇਹੀ ਸਵਾਲ ਖੜੇ ਕੀਤੇ ਸੀ ਕਿ ਅਦਾਲਤ ਦੇ ਵਿੱਚ ਅਜੇ ਤੱਕ ਜਿਹੜੇ ਫੈਸਲੇ ਫੈਕਟਰੀ ਮਾਲਕਾਂ ਦੇ ਹੱਕ ਵਿੱਚ ਆਉਂਦੇ ਰਹੇ ਨੇ, ਉਹਨਾਂ ਫੈਸਲਿਆਂ ਨੂੰ ਰਿਵਰਸ ਕਿਵੇਂ ਮੁੱਖ ਮੰਤਰੀ ਦਾ ਇੱਕ ਵਨ ਸਾਈਡਡ ਜਾਂ ਇੱਕ ਤਰਫਾ ਫੈਸਲਾ ਕਰ ਦੇਗਾ। ਸੋ ਹੁਣ ਇਸ ਕੇਸ ਦੇ ਵਿੱਚ ਇਹ ਵੇਖਣਾ ਹੋਏਗਾ ਕਿ ਫੈਕਟਰੀ ਆਪਣਾ ਕੀ ਸਬਮਿਸ਼ਨ ਦਿੰਦੀ ਹੈ, ਲੀਗਲ ਪੋਜੀਸ਼ਨ ਕੀ ਬਚਦੀ ਹੈ। ਸਰਕਾਰ ਦੇ ਕਹਿ ਦੇਣ ਨਾਲ ਕਿ ਫੈਕਟਰੀ ਆਪਣੇ ਆਪਰੇਸ਼ਨ ਸ਼ੁਰੂ ਨਹੀਂ ਕਰਦੀ, ਇਹ ਕਿਸ ਹੱਦ ਤੱਕ ਮੰਨਿਆ ਜਾ ਸਕਦਾ ਹੈ, ਇਸ ਚੀਜ਼ ਦੀ ਕੀ ਗਾਰੰਟੀ ਸਰਕਾਰ ਦੇਗੀ, ਕਿਉਂਕਿ ਉਸਨੇ ਆਪਣੇ ਹੀ ਜਿਹੜੇ 11 ਅਪ੍ਰੈਲ ਦਾ ਫੈਸਲਾ ਸੀ ਉਸ ਨੂੰ ਹੀ ਤਾਂ ਵਾਪਸ ਹੁਣ ਲਿਆ ਹੈ, ਕੋਰਟ ਦੇ ਵਿੱਚ ਵਾਪਸ ਲਿਆ ਹੈ। ਸੋ ਇਸ ਚੀਜ਼ ਤੋਂ ਮੁਨਕਰ ਆਲਰੇਡੀ ਹੋ ਚੁੱਕੇ ਨੇ, ਚਾਹੇ ਉਹ ਇੱਕ ਕਾਗਜ਼ੀ ਕਾਰਵਾਈ ਦੇ ਨਾਂ ਉੱਤੇ ਹੋਏ ਨੇ ਜਾਂ ਕਹਿ ਲਈ ਕਿ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਨਾਂ ਉੱਤੇ ਹੋਏ ਨੇ, ਲੇਕਿਨ ਮੁਨਕਰ ਹੋਣਾ ਹੀ ਹੈ। ਸੋ ਇੱਕ ਕੈਚ 22 ਵਾਲੀ ਸਿਚੁਏਸ਼ਨ ਹੋਏਗੀ ਤੇ ਵੇਖਣਾ ਹੋਏਗਾ ਕਿ ਹੁਣ ਇਸ ਕੇਸ ਦੇ ਵਿੱਚ ਜਿਹੜੀ ਫੈਕਟਰੀ ਦੇ ਮੈਨੇਜਮੈਂਟ ਹੈ ਉਹ ਆਪਣਾ ਕੀ ਪੱਖ ਦਿੰਦੀ ਹੈ। ਇਹ ਗੱਲ ਜ਼ਰੂਰ ਇੱਥੇ ਕਹਿਣੀ ਜ਼ਰੂਰੀ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਇਸ ਧਰਨੇ ਨੂੰ ਚੁੱਕਿਆ ਨਹੀਂ ਸੀ। ਪ੍ਰਦਰਸ਼ਨਕਾਰੀਆਂ ਨੂੰ ਸ਼ੁਰੂ ਤੋਂ ਹੀ ਇਸ ਉੱਤੇ ਬੜਾ ਵੱਡਾ ਸੰਸਾ ਸੀ। ਇਹੀ ਕਾਰਨ ਸੀ ਕਿ ਉਹਨਾਂ ਨੇ ਬਾਕਾਇਦਾ ਮੰਗ ਕੀਤੀ ਕਿ ਪੱਕੇ ਤੌਰ ਤੇ ਤੁਸੀਂ ਫੈਕਟਰੀ ਨੂੰ ਬੰਦ ਕਰੋ, ਨੋਟੀਫਿਕੇਸ਼ਨ ਕੱਢੋ। ਸਰਕਾਰ ਦਾ ਜਿਹੜਾ ਇੱਕ ਪੱਕਾ ਕੰਮ ਹੁੰਦਾ ਹੈ ਜਾਂ ਤਾਂ ਉਹ ਹੋਵੇ, ਕਿਉਂਕਿ ਸਰਕਾਰ ਦੇ ਕੰਮਾਂ ਨੂੰ ਵੀ ਅਦਾਲਤਾਂ ਵਿੱਚ ਚੈਲੰਜ ਕੀਤਾ ਜਾ ਸਕਦਾ ਤੇ ਅਦਾਲਤਾਂ ਸਰਕਾਰ ਦੇ ਫੈਸਲਿਆਂ ਨੂੰ ਵੀ ਉਲਟ ਸਕਦੀਆਂ ਨੇ। ਸੋ ਪ੍ਰਦਰਸ਼ਨਕਾਰੀ ਆਪਣੀ ਜ਼ਿੱਦ ਉੱਤੇ ਕਹਿ ਲਈ ਆਪਣੇ ਫੈਸਲੇ ਉੱਤੇ ਕਾਇਮ ਹੈਗੇ ਨੇ। ਉਹਨਾਂ ਨੇ ਆਪਣਾ ਧਰਨਾ ਸਿਰਫ ਮੁੱਖ ਮੰਤਰੀ ਦੇ ਜਵਾਨੀ ਉਹ ਜਿਹੜਾ ਭਰੋਸਾ ਉਹਨਾਂ ਵੱਲੋਂ ਦਵਾਇਆ ਗਿਆ ਸੀ ਉਸ ਬੇਸ ਉੱਤੇ ਚੁੱਕਿਆ ਨਹੀਂ ਹੈ। ਸੋ ਇਸ ਪੱਖੋਂ ਉਹ ਜਿਹੜੀ ਪੋਜੀਸ਼ਨ ਉੱਥੇ ਦੀ ਉੱਥੇ ਬਰਕਰਾਰ ਹੈ। ਲੇਕਿਨ ਆਉਣ ਵਾਲੇ ਕੁਝ ਦਿਨ ਬੜੇ ਇੰਪੋਰਟੈਂਟ ਹੋਣਗੇ। ਦੇਖਦੇ ਹਾਂ ਕਿ
ਫੈਕਟਰੀ ਦੀ ਮੈਨੇਜਮੈਂਟ ਇਸ ਦੇ ਵਿੱਚ ਕੀ ਫੈਕਟਸ, ਕੁਝ ਨਵੇਂ ਫੈਕਟਸ ਕੱਢ ਕੇ ਲਿਆਂਦੇ ਹੈ ਕਿ ਪੁਰਾਣੇ ਹੀ ਫੈਕਟਸ ਨੂੰ ਫੇਰ ਦੁਬਾਰਾ ਰੱਖਿਆ ਜਾਏਗਾ, ਕਿਉਂਕਿ ਸਰਕਾਰ ਉਸ ਉੱਤੇ ਫੈਸਲਾ ਲੈ ਚੁੱਕੀ ਹੈ। ਤੇ ਜੇ ਸਰਕਾਰ ਨੇ ਫੈਸਲੇ ਨੂੰ ਪੱਕੇ ਪੈਰੀ ਨਹੀਂ ਸੀ ਲਿਆ, ਹੁਣ ਸਮਾਂ ਆ ਚੁੱਕਾ ਹੈ ਕਿ ਉਹ ਇੱਕ ਨੋਟੀਫਿਕੇਸ਼ਨ ਦੇ ਜ਼ਰੀਏ, ਅਧਿਸੂਚਨਾ ਦੇ ਜ਼ਰੀਏ ਇਹ ਚੀਜ਼ ਨੂੰ ਪੱਕਾ ਇਸ ਉੱਤੇ ਮੋਹਰ ਲਾ ਦੇਣ ਕਿ ਹੁਣ ਇਹ ਫੈਕਟਰੀ ਪੰਜਾਬ ਵਿੱਚ ਨਹੀਂ ਚੱਲ ਸਕਦੀ, ਫੇਰ ਹੀ ਜਾ ਕੇ ਗੱਲਬਾਤ ਕਹਿ ਸਕਦੇ ਹਾਂ ਕਿ ਫਾਈਨਲ ਹੋਏਗੀ। ਜੀ, ਤਾਂ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਰਿਤੇਸ਼ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।